ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰਮਤਿ ਦੀ ਕਲਾਸ ਅੰਦਰ ਜੁੜ ਬੈਠੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹਾਂ। ਰੋਜ਼ਾਨਾ ਸਿੱਖ ਇਤਿਹਾਸ ਜੋ ਅਸੀਂ ਰੋਜ਼ਾਨਾ ਹੀ ਸਰਵਣ ਕਰਦੇ ਹਾਂ, ਉਹਨੂੰ ਅਸੀਂ ਅੱਗੇ ਜੋ ਲੜੀ ਹੈ ਉਹ ਅਸੀਂ ਸ਼ੁਰੂ ਕਰਨੀ ਹੈ, ਕਿਉਂਕਿ ਜੋ ਵੀ ਵਾਹਿਗੁਰੂ ਜੀ ਅਸੀਂ ਰੋਜ਼ਾਨਾ ਸਿੱਖ ਇਤਿਹਾਸ ਵਿੱਚ ਵਿਚਾਰਦੇ ਹਾਂ। ਉਸ ਵਿੱਚ ਅਸੀਂ ਪੜ੍ਹ ਰਹੇ ਹਾਂ ਕਿ ਕਿਸ ਤਰ੍ਹਾਂ ਹਕੂਮਤਾਂ ਨੇ ਆਣ ਕੇ ਹਮਲੇ ਕੀਤੇ, ਕਿਸ ਤਰ੍ਹਾਂ ਸਿੱਖਾਂ ਨੇ ਸਮਝਦਾਰੀ ਦੇ ਨਾਲ ਜਿਹੜਾ ਵਾ ਉਹ ਉਹਨਾਂ ਦੇ ਨਾਲ ਟਾਕਰਾ ਕਰਕੇ ਕਿਤੇ ਮਿੱਤਰਤਾ ਬਣਾਈ, ਕਿਤੇ ਉਹਨਾਂ ਦੇ ਨਾਲ ਟਾਕਰਾ ਕੀਤਾ ਤੇ ਹਰ ਪੱਖੋਂ ਜਿਹੜਾ ਵਾ ਉਹ ਵਾਰੀ ਜਿਹੜਾ ਵਾ ਉਹਨਾਂ ਦੇ ਉੱਤੇ ਹਮਲਾ ਕਰਕੇ ਤੇ ਜਿੱਤ ਪ੍ਰਾਪਤ ਕਰਦੇ ਰਹੇ। ਕੱਲ ਦੇ ਇਤਿਹਾਸ ਅੰਦਰ ਅਸੀਂ ਸਰਵਣ ਕੀਤਾ ਸੀ ਕਿ ਕਿਸ ਤਰ੍ਹਾਂ ਜਦੋਂ ਤੈਮੂਰ ਸ਼ਾਹ ਤੇ ਜਹਾਨ ਖਾਂ ਇਹਨਾਂ ਨੇ ਲਾਹੌਰ ਤੇ ਕਬਜ਼ਾ ਕੀਤਾ ਹੋਇਆ ਸੀ ਤੇ ਜਦੋਂ ਇਹ ਲਾਹੌਰ ਵਿੱਚ ਬੈਠੇ ਸੀ ਤਾਂ ਉਸ ਸਮੇਂ ਮਰਹੱਟੇ ਜਿਨ੍ਹਾਂ ਨੇ ਸਿੱਖਾਂ ਦਾ ਸਾਥ ਲਿਆ ਤੇ ਸਿੱਖਾਂ ਦੇ ਸਾਥ ਤੋਂ ਬਾਅਦ ਜਦੋਂ ਸਿੱਖਾਂ ਦਾ ਸਾਥ ਇਹਨਾਂ ਨੂੰ ਮਿਲਿਆ ਤੇ ਇਹਨਾਂ ਨੇ ਫਿਰ ਜਿਹੜਾ ਵਾ ਵੱਖ-ਵੱਖ ਇਲਾਕਿਆਂ ਨੂੰ ਜਿਹੜਾ ਘੇਰਦਿਆਂ ਹੋਇਆਂ ਆਖਰ ਜਿਹੜਾ ਵਾ ਇਹ ਲਾਹੌਰ ਨੂੰ ਤੁਰ ਪਏ ਤੇ ਜਦੋਂ ਲਾਹੌਰ ਪਹੁੰਚੇ ਨੇ ਤੇ ਇੱਥੋਂ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਤੈਮੂਰ ਸ਼ਾਹ ਸੀ ਤੇ ਜਹਾਨ ਖਾਨ ਸੀ, ਇਹ ਡਰਦੇ ਮਾਰੇ ਭੱਜ ਉੱਠੇ ਕਿ ਇਹ ਨਾ ਹੋਵੇ ਕਿ ਇਹ ਸਾਡੇ ਉੱਤੇ ਜਿੱਤ ਪ੍ਰਾਪਤ ਕਰ ਲੈਣ, ਸਾਨੂੰ ਬੰਦੀ ਬਣਾ ਲੈਣ ਜਾਂ ਸਾਨੂੰ ਮਾਰ ਦੇਣ। ਇਸ ਕਰਕੇ ਲਾਹੌਰ ਤੋਂ ਭੱਜ ਗਏ ਸਨ। ਇੱਥੋਂ ਤੱਕ ਅਸੀਂ ਜਿਹੜਾ ਸੀ ਉਹ ਕੱਲ ਦੇ ਕਲਾਸ ਵਿੱਚ ਅਸੀਂ ਜਿਹੜਾ ਵਾ ਉਹ ਇਤਿਹਾਸ ਸਰਵਣ ਕੀਤਾ ਸੀ। ਹੁਣ ਅਸੀਂ ਅਗਲਾ ਇਤਿਹਾਸ ਜੋ ਹੈ ਉਹ ਸ਼ੁਰੂ ਕਰਨਾ ਹੈ। ਸਾਰੀ ਸੰਗਤ ਇੱਕ ਵਾਰੀ ਗੁਰੂ ਦਾ ਓਟ ਆਸਰਾ ਲੈ ਕੇ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਤਿਹਾਸ ਅੰਦਰ ਜਦੋਂ ਇਹ ਤੈਮੂਰ ਸ਼ਾਹ ਤੇ ਜਹਾਨ ਖਾਨ ਜਿਹੜਾ ਉਹ ਨੱਠ ਗਿਆ, ਇਹ ਜਦੋਂ ਦੌੜ ਗਏ ਤੇ ਇਹਨਾਂ ਨੇ ਦੌੜਨ ਤੋਂ ਬਾਅਦ ਅੱਗੇ ਮਰਹੱਟਿਆਂ ਨੇ ਲਾਹੌਰ ਵਿੱਚ ਆਣ ਕੇ ਕਬਜ਼ਾ ਕਰ ਲਿਆ। ਜਦੋਂ ਇਹ ਭੱਜੇ ਸਨ ਦੋਨੋਂ ਹੀ, ਤੈਮੂਰ ਸ਼ਾਹ ਤੇ ਜਹਾਨ ਖਾਨ, ਤੇ ਇਹ ਆਪ ਤੇ ਸਾਰੇ ਸਮਾਨ ਲੈ ਕੇ ਦੌੜ ਗਏ, ਪਰ ਇਹਨਾਂ ਨੇ ਪਿੱਛੇ ਜਿਹੜਾ ਵਾ ਮੀਰ ਹਾਜ਼ਰ ਖਾਨ ਇਹਦੀ ਕਮਾਨ ਦੇ ਵਿੱਚ ਜਿਹੜਾ ਨਾ ਇਹਨਾਂ ਦੇ ਨਾਲ ਇਹਦੀ ਕਮਾਨ ਵਿੱਚ ਜਿਹੜੀ ਕੁਝ ਫੌਜ ਦੌਰਾਨੀ ਫੌਜ ਜਿਹੜੀ ਆ ਉਹ ਇੱਥੇ ਛੱਡ ਗਈ ਤੇ ਆਪ ਕੁਝ ਲੋੜੀਂਦਾ ਸਮਾਨ ਜਿਹੜਾ ਸੀ ਉਹ ਲੈ ਕੇ ਨੱਸ ਗਏ ਸਨ। ਜਦੋਂ ਇਹ ਲਾਹੌਰ ਪਹੁੰਚੇ ਨਾ ਮਰਹੱਟੇ ਤੇ ਸਿੱਖ, ਜਦੋਂ ਮਰਹੱਟਿਆਂ ਆਣ ਕੇ ਲਾਹੌਰ ਦੇ ਵਿੱਚ ਕਬਜ਼ਾ ਕਰ ਲਿਆ ਤੇ ਅਗਲਾ ਦਿਨ ਜਿਹੜਾ ਸੀ ਉਹ ਫਿਰ ਜਿਹੜਾ ਖਵਾਜਾ ਮਿਰਜ਼ਾ ਜਦੋਂ ਇਹ ਪਹੁੰਚਾ ਹੈ, ਜਿਹੜਾ ਹਾਜ਼ਰ ਖਾਨ ਹੈ ਜਿਹਨੇ ਉੱਥੇ ਆਣ ਕੇ ਆਪਣੀ ਫੌਜ ਲਿਆਂਦੀ ਸੀ, ਇਹ ਖਵਾਜਾ ਮਿਰਜ਼ਾ ਤੇ ਮਰਹੱਟਿਆਂ ਨੇ ਹਮਲਾ ਕਰਕੇ ਮੀਰ ਹਾਜ਼ਰ ਖਾਨ ਜਿਹੜਾ ਸੀ ਸਣੇ ਫੌਜ ਦੇ ਫੜ ਲਿਆ। ਫਿਰ ਅਦੀਨਾ ਬੇਗ ਦੀ ਸਲਾਹ ਨਾਲ ਸਿੱਖਾਂ ਨੂੰ ਫਿਰ ਆਪਣੀ ਮਦਦ ਤੇ ਲੈ ਗਿਆ ਤੇ ਸਿੱਖਾਂ ਦੇ ਮਰਹੱਟਿਆਂ ਨੇ ਤੈਮੂਰ ਦੇ ਸ਼ਾਹਜਹਾਨ ਨੂੰ ਝਨਾ ਦੇ ਜਾ ਘੇਰਿਆ। ਜਦੋਂ ਇਹ ਲਾਹੌਰੋਂ ਭੱਜਿਆ ਨਾ ਤੈਮੂਰ ਤੇ ਜਹਾਨ ਖਾਨ, ਜਦੋਂ ਲਾਹੌਰ ਵਿੱਚ ਮਰਹੱਟਿਆਂ ਨੇ ਆਣ ਕੇ ਕਬਜ਼ਾ ਕੀਤਾ ਤੇ ਜਿਹੜਾ ਅਦੀਨਾ ਬੇਗ ਸੀ ਨਾ ਉਹਦੀ ਸਲਾਹ ਦੇ ਨਾਲ ਫਿਰ ਦੁਬਾਰਾ ਮਦਦ ਲੈ ਕੇ ਸਿੱਖਾਂ ਨੂੰ ਤੇ ਕੁਝ ਨਾਲ ਹੋਰ ਆਪਣੇ ਜਿਹੜੇ
ਮਰਹੱਟੇ ਨੇ ਉਹਨਾਂ ਦੀ ਫੌਜ ਨੂੰ ਨਾਲ ਲੈ ਕੇ ਤੇ ਇਹਨਾਂ ਦਾ ਪਿੱਛਾ ਕੀਤਾ ਤੇ ਝਨਾਹ ਦੇ ਕੋਲ ਜਾ ਕੇ ਇਹਨਾਂ ਦੋਵਾਂ ਨੂੰ ਘੇਰ ਲਿਆ। ਉਸ ਸਮੇਂ ਮਰਹੱਟੇ 20,000 ਤੇ ਸਿੱਖ 10,000 ਸਨ। ਇਹਨਾਂ ਦੀ ਫੌਜ ਦੀ ਗਿਣਤੀ ਜਿਹੜੀ ਸੀ 20,000 ਜਿਹੜੀ ਸੀ ਉਹ ਹੈਗੀ ਸੀ ਮਰਹੱਟਿਆਂ ਦੀ ਤੇ 10,000 ਜਿਹੜੀ ਫੌਜ ਦੀ ਗਿਣਤੀ ਸੀ ਉਹ ਸਿੱਖਾਂ ਦੀ ਸੀ। ਤੈਮੂਰ ਤੇ ਜਹਾਨ ਖਾਨ ਤਾਂ ਜਦੋਂ ਇਹਨਾਂ ਨੂੰ ਫੜਿਆ ਸੀ ਤੇ ਰਾਤ ਆਪਣੀ ਜਾਨ ਬਚਾ ਕੇ ਨੱਸ ਗਏ, ਚੋਰੀ ਛੱਪੀ ਨਿਕਲੇ ਤੇ ਰਾਤ ਨੂੰ ਨੱਸ ਗਏ। ਜਿਹੜਾ ਉਹਨਾਂ ਦਾ ਡੇਰਾ ਸੀ ਨਾ ਜਿੱਥੇ ਉਹ ਠਹਿਰੇ ਸਨ, ਫਿਰ ਉਹ ਸਿੱਖਾਂ ਨੇ ਤੇ ਮਰਾਠਿਆਂ ਨੇ, ਕਿਉਂਕਿ ਦੁਸ਼ਮਣ ਸੀ ਤੇ ਲੋਕਾਂ ਦਾ ਇਕੱਠਾ ਕੀਤਾ ਹੋਇਆ ਬਹੁਤ ਧਨ ਸੀ ਇਹਨਾਂ ਦੇ ਕੋਲ, ਸਾਈ ਖਜ਼ਾਨਾ ਸੀ। ਫਿਰ ਇਹਨਾਂ ਨੇ ਉਹ ਖਜ਼ਾਨਾ ਜਿਹੜਾ ਸੀ ਸਾਰੇ ਦਾ ਸਾਰਾ ਉਹ ਲੁੱਟ ਲਿਆ ਤੇ ਇੱਥੇ ਹਜ਼ਾਰਾਂ ਦੁਰਾਨੀ ਸਿਪਾਹੀ ਜਿਹੜੇ ਸਨ ਉਹਨਾਂ ਨੂੰ ਕਤਲ ਕੀਤਾ ਤੇ ਜਿਹੜੇ ਰਹਿੰਦੇ ਕੈਦੀ ਸਨ, ਜਿਹੜੇ ਰਹਿੰਦੇ ਬਾਕੀ ਸਿਪਾਹੀ ਸਨ ਉਹਨਾਂ ਨੂੰ ਕੈਦੀ ਬਣਾ ਲਿਆ ਗਿਆ। ਸੋ ਇਸ ਤਰ੍ਹਾਂ ਜਿਹੜਾ ਵਾ ਇਹ ਇੱਥੋਂ ਦੇ ਡੇਰਿਆਂ ਦੇ ਉੱਤੇ ਜਿਹੜਾ ਵਾ ਇਹਨਾਂ ਨੂੰ ਮਾਫ ਕਰਨਾ ਤੈਮੂਰ ਤੇ ਜਹਾਨ ਖਾਨ ਨੂੰ ਜਿਹੜਾ ਭਜਾ ਕੇ ਤੇ ਆਪ ਇੱਥੇ ਉਹਨਾਂ ਨੇ ਕਬਜ਼ਾ ਕਰ ਲਿਆ। ਹੌਲੀ ਹੌਲੀ ਮਰਾਠਿਆਂ ਨੇ ਸਾਰਾ ਪੰਜਾਬ ਮੱਲ ਲਿਆ। ਦੂਜੇ ਪਾਸੇ ਮੁਲਤਾਨ ਤੱਕ ਉਹਨਾਂ ਦੀਆਂ ਫੌਜਾਂ ਜਾ ਪੁੱਜੀਆਂ। ਅਬਦਾਲੀ ਤੋਂ ਡਰਦੇ ਉਹ ਪੰਜਾਬ ਉੱਤੇ ਆਪਣਾ ਸਿੱਧਾ ਕਬਜ਼ਾ ਨਹੀਂ ਸਨ ਕਰਨਾ ਚਾਹੁੰਦੇ। ਉਹਨਾਂ ਮੁਲਤਾਨ, ਲਾਹੌਰ ਤੇ ਸਰਹੰਦ 75 ਲੱਖ ਸਾਲਾਨਾ ਜਿਹੜਾ ਸੀ ਉਹ ਪ੍ਰਵਾਨ ਕਰਕੇ ਤੇ ਅਦੀਨਾ ਬੇਗ ਨੂੰ ਦੇ ਦਿੱਤਾ ਤੇ ਉਸ ਨੂੰ ਨਵਾਬ ਬਣਾ ਦਿੱਤਾ, ਨਵਾਬ ਦਾ ਖਿਤਾਬ ਦੇ ਬਖਸ਼ਿਆ ਜਿਹੜਾ। ਫਿਰ ਧਿਆਨ ਦੇਣਾ, ਮਰਾਠਿਆਂ ਨੇ ਡਰਦੇ ਜਿਹੜੇ ਸੀ ਉਹਨਾਂ ਨੂੰ ਉਹ ਪੰਜਾਬ ਦੇ ਉੱਤੇ ਕਬਜ਼ਾ ਨਹੀਂ ਸਨ ਕਰਦੇ, ਅਬਦਾਲੀ ਤੋਂ ਡਰਦੇ। ਉਹ ਉਹਨਾਂ ਦੇ ਅੰਦਰ ਜਿਹੜਾ ਡਰ ਸੀ ਉਹ ਕਾਇਮ ਸੀ, ਉਹ ਸਿੱਧਾ ਕਬਜ਼ਾ ਨਹੀਂ ਸਨ ਰੱਖਣਾ ਚਾਹੁੰਦੇ। ਉਹਨਾਂ ਨੂੰ ਪਤਾ ਸੀ ਵੀ ਜਿਸ ਦਿਨ ਅਬਦਾਲੀ ਆ ਗਿਆ ਉਹਨੇ ਸਾਨੂੰ ਲੁੱਟ ਕੇ ਲੈ ਜਾਣਾ, ਸਾਨੂੰ ਮਾਰ ਦੇਣਾ, ਤੇ ਇਸ ਕਰਕੇ ਕਿਉਂ ਨਾ ਹੋਵੇ ਅਸੀਂ ਜਿਹੜਾ ਵਾ ਇਹਨੂੰ ਜਿਹੜਾ ਵਾ ਅਦੀਨਾ ਬੇਗ ਨੂੰ ਦੇ ਦਿੱਤਾ ਜਾਏ। ਮਤਾ ਪਾ ਕੇ ਨਾ ਅਦੀਨਾ ਬੇਗ ਨੂੰ ਨਵਾਬ ਬਣਾਇਆ ਤੇ ਉਸ ਤੋਂ ਬਾਅਦ 75 ਲੱਖ ਕਿਹਦਾ ਜੀ, ਮੁਲਤਾਨ ਦਾ, ਲਾਹੌਰ ਦਾ ਤੇ ਸਰਹੰਦ ਦਾ, ਇਹ 75 ਲੱਖ ਸਾਲਾਨਾ ਜਿਹੜਾ ਵਾ ਇਹ ਅਦੀਨਾ ਬੇਗ ਨੂੰ ਆਖਿਆ ਕਿ ਤੂੰ ਭਰਨਾ ਤੇ ਤੈਨੂੰ ਇਹ ਜਿਹੜਾ ਵਾ ਇਲਾਕਾ ਦਿੱਤਾ ਜਾਂਦਾ। ਫਿਰ 5 ਜੂਨ 1758 ਈਸਵੀ ਨੂੰ ਮਰਹੱਟੇ ਜਰਨੈਲ ਜਿਹੜੇ ਨੇ ਵਾਪਸ ਜਿਹੜਾ ਵਾ ਉਹ ਥਾਨੇਸਰ ਆ ਗਏ। ਇਸ ਗੜਬੜ ਦੇ ਸਮੇਂ ਸਿੱਖਾਂ ਨੇ ਆਪਣਿਆਂ ਇਲਾਕਿਆਂ ਵਿੱਚ ਥਾਂ ਕੱਚੇ ਕਿਲੇ ਬਣਾ ਲਏ। ਉਹ ਜਾਣਦੇ ਸਨ ਕਿ ਹੁਣ ਅਦੀਨਾ ਬੇਗ ਜਿਹੜਾ, ਜਿਹਨੂੰ ਇਹ ਸਰਹੰਦ, ਲਾਹੌਰ ਤੇ ਮੁਲਤਾਨ ਦਾ ਇਲਾਕਾ ਦਿੱਤਾ ਨਾ ਅਦੀਨਾ ਬੇਗ, ਇਹ ਅਦੀਨਾ ਬੇਗ ਹੁਣ ਜਿਹੜਾ ਵਾ ਸਾਡੇ ਉੱਤੇ ਹਮਲਾ ਕਰੇਗਾ ਕਿਉਂਕਿ ਇਹਦੇ ਨਾਲ ਸਾਡੀ ਟੱਕਰ ਹੋਏਗੀ। ਇਹ ਸਿੱਖਾਂ ਨੂੰ ਚੰਗਾ ਨਹੀਂ ਸੀ ਸਮਝਦਾ। ਇਸ ਕਰਕੇ ਸਿੱਖਾਂ ਨੇ ਪਹਿਲਾਂ ਹੀ ਇਹ ਵਿਚਾਰ ਰੱਖੀ ਸੀ ਕਿ ਜਦੋਂ ਸਮਾਂ ਬਣਿਆ ਤੇ ਅਸੀਂ ਪੰਜਾਬ ਦੇ ਵਿੱਚ ਆਪਣੇ ਪੈਰ ਪੱਕੇ ਕਰਨੇ ਨੇ, ਤੇ ਉਹਨਾਂ ਨੇ ਇਸ ਸਮੇਂ ਦੌਰਾਨ ਜਿਹੜਾ ਵਾ ਉਹ ਪੰਜਾਬ ਦੇ ਇਲਾਕੇ ਵਿੱਚ ਛੋਟੇ ਛੋਟੇ ਜਿਹੜੇ ਨੇ ਉਹ ਕੱਚੇ ਕਿਲੇ ਬਣਾ ਲਏ। ਫਿਰ ਜਦੋਂ ਅਦੀਨਾ ਬੇਗ ਨੇ ਆਪਣੀ ਰਾਜਧਾਨੀ ਬਟਾਲੇ ਦੇ ਲਾਗੇ ਦੀਨਾ ਨਗਰ ਹੈ, ਉਸ ਸਮੇਂ ਇਹ ਪ੍ਰਸਿੱਧ ਨਗਰ ਸਨ। ਦੀਨਾ ਨਗਰ ਨੂੰ ਜਿਹੜਾ ਵਾ ਉਹ ਇਹਨਾਂ ਨੇ ਆਪਣੀ ਰਾਜਧਾਨੀ ਬਣਾ ਲਿਆ ਤੇ ਆਪਣੇ ਮਾਤਹਿਤ ਜਿਹੜਾ ਲਾਹੌਰ ਵਿੱਚ ਖਵਾਜਾ ਮਿਰਜ਼ਾ ਖਾਂ, ਧਿਆਨ ਦੇਣਾ, ਜਿਹੜਾ ਖਵਾਜਾ ਮਿਰਜ਼ਾ ਖਾਂ ਜੋ ਹੁਣ ਇਹਦਾ ਜਵਾਈ ਬਣ ਚੁੱਕਾ ਸੀ, ਉਹਨੂੰ ਸੂਬੇਦਾਰ ਤੇ ਉਸਦੇ ਭਰਾ ਨੂੰ ਜਿਹੜਾ ਖਵਾਜਾ ਸਦੀਕ ਖਾਂ ਸੀ ਉਹਨੂੰ ਨਾਇਬ ਸੂਬੇਦਾਰ ਥਾਪਿਆ ਗਿਆ। ਜਿਹੜਾ ਸਦੀਕ ਬੇਗ ਸੀ ਉਹਨੂੰ ਸਰਹੰਦ ਦਾ ਫੌਜਦਾਰ ਬਣਾਇਆ ਗਿਆ ਤੇ ਮੁਰਾਦ ਬੇਗਮ ਅਦੀਨਾ, ਇਹ ਜਿਹੜੀ ਬੇਗਮ ਸੀ ਅਦੀਨਾ ਬੇਗ ਨਾਲ ਬਟਾਲੇ ਚਲੀ ਗਈ। ਮੁਰਾਦ ਬੇਗਮ, ਅਦੀਨਾ ਬੇਗ ਦੀ ਬੇਗਮ ਜਿਹੜੀ ਸੀ ਮੁਰਾਦ ਬੇਗਮ, ਇਹ ਅਦੀਨਾ ਬੇਗ ਦੇ ਨਾਲ ਬਟਾਲੇ ਚਲੀ ਗਈ। ਪੰਜਾਬ ਦਾ ਹੁਕਮਰਾਨ ਬਣ ਕੇ
ਅਦੀਨਾ ਬੇਗ ਨੇ ਸਭ ਤੋਂ ਪਹਿਲਾਂ ਸਿੱਖਾਂ ਨੂੰ ਖਤਮ ਕਰਨ ਦਾ ਇਰਾਦਾ ਕੀਤਾ, ਕਿਉਂਕਿ ਇਹ ਬੜੀ ਖਾਰ ਖਾਂਦਾ ਸੀ। 10,000 ਫੌਜ ਉਹਦੀ ਪੁਰਾਣੀ ਸੀ, ਜਿਹੜਾ ਪਹਿਲਾਂ ਉਹਦੇ ਕੋਲ ਅਦੀਨਾ ਬੇਗ ਦੇ ਕੋਲ ਸੀ, ਤੇ ਕਈ ਹਜ਼ਾਰ ਜਿਹੜਾ ਵਾ ਇਹਨੇ ਨਵੀਂ ਫੌਜ ਭਰਤੀ ਕੀਤੀ। ਪੰਜਾਬ ਭਰ ਦੇ ਜਿੰਨੇ ਛੋਟੇ ਛੋਟੇ ਜਾਂ ਵੱਡੇ ਜਿੰਨੇ ਵੀ ਹਾਕਮ ਚੌਧਰੀ, ਇਹ ਸਾਰਿਆਂ ਨੂੰ ਇਹਨੇ ਆਪਣੇ ਨਾਲ ਗੰਢ ਲਿਆ ਇਸ ਕੰਮ ਵਾਸਤੇ ਕਿ ਸਿੱਖਾਂ ਨੂੰ ਖਤਮ ਕਰਨਾ। ਇਹਨਾਂ ਨੂੰ ਲਾਲਚ ਦਿੱਤੇ ਗਏ, ਹਾਕਮਾਂ ਨੂੰ ਤੇ ਚੌਧਰੀਆਂ ਨੂੰ, ਤੇ ਆਪਣੇ ਨਾਲ ਜੋੜ ਲਿਆ। ਪਰ ਉਧਰ ਸਿੱਖ ਵੀ ਇਸ ਚਾਲ ਨੂੰ ਤਾੜ ਗਏ ਸਨ ਕਿ ਆਖਰਕਾਰ ਇਹਨੇ ਸਾਡੇ ਉੱਤੇ ਹਮਲਾ ਕਰਨਾ ਹੈ। ਇਹ ਸਿੱਖਾਂ ਨੇ ਇਹ ਤਾੜ ਲਿਆ, ਭਾਵ ਇਹ ਜਾਣ ਲਿਆ, ਤੇ ਫਿਰ ਆਪ ਬੜੇ ਚਾਤਰ ਹੋ ਗਏ। ਤੇ ਜਿੰਨੇ ਵੀ ਸਿੱਖ ਸਨ, ਇਹਨਾਂ ਨੂੰ ਜਦੋਂ ਪਤਾ ਚੱਲਿਆ ਕਿ ਸਾਡੇ ਉੱਤੇ ਹਮਲਾ ਹੋਣਾ, ਤੇ ਇਹ ਸਾਰੇ ਸਿੱਖ ਜਿਹੜੇ ਇਕੱਠੇ ਹੋ ਕੇ ਤੇ ਦੀਨਾ ਨਗਰ ਦੇ ਆਲੇ ਦੁਆਲੇ ਜਾ ਬੈਠੇ। ਜਦੋਂ ਇਹ ਸਾਰੇ ਆੜ ਕੇ ਬੈਠ ਗਏ ਨੇ, ਤੇ ਅਦੀਨਾ ਬੇਗ ਨੇ ਦੀਵਾਨ ਹੀਰਾ ਮਲ ਤੇ ਆਕਲਦਾਸ ਜੰਡਿਆਲੀਆ, ਧਿਆਨ ਦੇਣਾ, ਦੀਵਾਨ ਹੀਰਾ ਮਲ ਤੇ ਆਕਲਦਾਸ ਜੰਡਿਆਲੀਆ, ਇਹਨਾਂ ਨੂੰ ਫੌਜ ਦੇ ਕੇ ਸਿੱਖਾਂ ਦੇ ਨਾਲ ਟੱਕਰ ਲੈਣ ਵਾਸਤੇ ਘੱਲਿਆ, ਲੜਾਈ ਕਰਨ ਵਾਸਤੇ। ਇਹ ਜਿਹੜੀ ਲੜਾਈ ਸੀ ਕਾਦੀਆਂ ਦੇ ਕੋਲ, ਇਹ ਕਾਦੀਆਂ ਸ਼ਹਿਰ ਹੈ, ਕਾਦੀਆਂ ਕੋਲ ਬਹੁਤ ਭਾਰੀ ਲੜਾਈ ਹੋਈ, ਜਿਸ ਵਿੱਚ ਹੀਰਾ ਮਲ ਮਾਰਿਆ ਗਿਆ। ਸਿੱਖਾਂ ਨੇ ਉਹਨਾਂ ਦਾ ਡੇਰਾ ਲੁੱਟਿਆ। ਗੁੱਸੇ ਵਿੱਚ ਅਦੀਨਾ ਬੇਗ ਨੇ ਸਿੱਖਾਂ ਦੀ ਕਤਲਾਮ ਦਾ ਹੁਕਮ ਦਿੱਤਾ। ਧਿਆਨ ਦੇਣਾ, ਬਟਾਲੇ ਤੋਂ ਦੀਨਾ ਨਗਰ, ਤੇ ਦੀਨਾ ਨਗਰ ਬਟਾਲੇ ਦੇ ਸੈਂਟਰ 'ਚ, ਕਿਉਂਕਿ ਹੁਣ ਤੇ ਸੜਕਾਂ ਬਣ ਗਈਆਂ, ਅਲੱਗ-ਅਲੱਗ ਇਹ ਆਉਣ ਲੱਗ ਪਏ ਨੇ, ਸੜਕਾਂ ਅਲੱਗ-ਅਲੱਗ ਸ਼ਹਿਰਾਂ ਨੂੰ ਜਾਣ ਲੱਗ ਪਈਆਂ ਨੇ। ਗੁਰਦਾਸਪੁਰ ਨੂੰ ਹੁਣ ਦੀਨਾ ਨਗਰ ਸਿੱਧੀ ਜਾਣ ਲੱਗ ਪਈ ਸੜਕ। ਵੈਸੇ ਇਹ ਜਿਹੜਾ ਵਾ, ਇਹ ਬਟਾਲੇ ਤੇ ਦੀਨਾ ਨਗਰ ਦੇ ਵਿੱਚ ਪਿੰਡ ਆਉਂਦਾ ਕਾਦੀਆਂ। ਇਹ ਕਾਦੀਆਂ ਕੋਲ ਜਿਹੜਾ ਵਾ ਬੜੀ ਭਾਰੀ ਲੜਾਈ ਹੋਈ ਸੀ। ਤੇ ਜਦੋਂ ਇਹ ਅਦੀਨਾ ਬੇਗ ਨੂੰ ਚੱਲਿਆ, ਉਹਨੇ ਬੜਾ ਜਿਹੜਾ ਸੀ ਉਹ ਗੁੱਸਾ ਉਹਦੇ ਮਨ ਦੇ ਅੰਦਰ, ਤੇ ਇਸ ਗੁੱਸੇ ਦੇ ਵਿੱਚ ਉਹਨੇ ਫਿਰ ਸਿੱਖਾਂ ਦਾ ਕਤਲੇਆਮ ਕਰਨ ਦਾ ਹੁਕਮ ਜਿਹੜਾ ਸੀ ਚਾੜ ਦਿੱਤਾ। ਇਲਾਕੇ ਦੇ ਚੌਧਰੀਆਂ ਤੇ ਹਾਕਮਾਂ ਨੂੰ ਸਖਤ ਹੁਕਮ ਭੇਜੇ ਕਿ ਸਿੱਖਾਂ ਦਾ ਖੁਰਾ ਖੋਜ ਮਿਟਾ ਦਿੱਤਾ ਜਾਏ। ਜਿਨ੍ਹਾਂ ਸਿੱਖਾਂ ਦੀ ਮਦਦ ਨਾਲ ਅਦੀਨਾ ਬੇਗ ਕਈ ਵਾਰ ਆਪਣੇ ਸਿੰਘਾਸਣ ਤੇ ਬੈਠਾ ਸੀ। ਧਿਆਨ ਦੇਣਾ, ਇਹ ਅਦੀਨਾ ਬੇਗ ਨੂੰ ਸਿੱਖਾਂ ਨੇ ਆਪ ਕਈ ਵਾਰ ਤਖਤ ਤੇ ਬਿਠਾਇਆ, ਕਈ ਵਾਰ ਇਹਨੂੰ ਜਿਹੜੀ ਆ ਮਦਦ ਦੇ ਕੇ ਇਹਨੂੰ ਤਖਤ ਤੇ ਬਿਠਾਇਆ। ਅੱਜ ਜਦੋਂ ਇਹਦੇ ਅੰਦਰ ਇਹ ਇਲਾਕੇ ਆ ਗਏ, ਤੇ ਫਿਰ ਇਹਨੇ ਕੀ ਕੀਤਾ, ਸਿੱਖਾਂ ਉੱਤੇ ਕਬਜ਼ਾ। ਸੋ ਸਿੱਖਾਂ ਉੱਤੇ ਹੱਲਾ ਬੋਲਣ ਵਾਸਤੇ, ਸਿੱਖਾਂ ਨੂੰ ਜਿਹੜਾ ਵਾ ਉਹ ਪਕੜਨ ਵਾਸਤੇ ਅਦੀਨਾ ਬੇਗ ਨੇ ਜਿਹੜਾ ਵਾ ਉਹ ਆਪਣੀ ਫੌਜ ਘੱਲੀ। ਇਲਾਕੇ ਦੇ ਚੌਧਰੀਆਂ ਨੂੰ, ਹਾਕਮਾਂ ਨੂੰ, ਜਿਹੜੇ ਇਹਨੇ ਖਰੀਦੇ ਸਨ, ਸਾਰਿਆਂ ਨੂੰ ਹੁਕਮ ਕੀਤੇ ਕਿ ਸਿੱਖਾਂ ਦਾ ਕੋਈ ਵੀ ਬੱਚੇ ਤੱਕ ਕੋਈ ਵੀ ਦਿਖਦਾ ਹੋਵੇ, ਉਹਨੂੰ ਖਤਮ ਕਰ ਦੇਣਾ। ਜਿਨ੍ਹਾਂ ਸਿੱਖਾਂ ਦੀ ਮਦਦ ਨਾਲ ਅਦੀਨਾ ਬੇਗ ਹਰ ਵਾਰ ਸਿੰਘਾਸਣ ਤੇ ਬੈਠਦਾ ਸੀ, ਹੁਣ ਉਹਦੇ ਨਾਲ ਟੱਕਰਾ ਸੀ। ਤੇ ਅਦੀਨਾ ਬੇਗ ਇਹ ਜਾਣਦਾ ਸੀ, ਕਿਉਂਕਿ ਜਦੋਂ ਆਪਸ ਵਿੱਚ ਘੁਲੇ ਮਿਲੇ ਹੋਈਏ ਨਾ, ਫਿਰ ਇਹ ਸਮਝ ਪੈ ਜਾਂਦੀ ਹੈ ਕਿ ਕਿਹਦੇ ਵਿੱਚ ਕਿੰਨੀ ਤਾਕਤ ਹੈ। ਹੁਣ ਇਹ ਸਮਝਦਾ ਸੀ ਕਿ ਜਿਹੜੇ ਸਿੱਖ ਨੇ ਇਹ ਅਜਿੱਤ ਕਿਲਾ ਦਰਿਆਵਾਂ ਦੇ ਝਾਲਾਂ, ਭਾਵ ਬੜੀ ਵੱਡੀ ਤਾਕਤ ਰੱਖਦੇ ਨੇ ਸਿੱਖ। ਜੇ ਇਹਨਾਂ ਦੇ ਨਾਲ ਮੈਂ ਲੜਨ ਵਾਸਤੇ ਗਿਆ, ਇਹਨਾਂ ਦੇ ਨਾਲ ਲੜਾਈ ਕਰਨ ਵਾਸਤੇ ਗਿਆ, ਯੁੱਧ ਕਰਨ ਵਾਸਤੇ ਗਿਆ, ਤੇ ਇਹਨਾਂ ਮੈਨੂੰ ਜਿਹੜਾ ਵਾ ਉਹ ਛੱਡਣਾ ਨਹੀਂ, ਮੇਰੇ ਇਹਨਾਂ ਸਿਪਾਹੀਆਂ ਨੂੰ ਛੱਡਣਾ ਨਹੀਂ। ਇਸ ਕਰਕੇ ਉਹਨੇ ਮੀਰ ਅਜੀਜ਼ ਬਖਸ਼ੀ ਨੂੰ 1000 ਤਖਾਣ ਤੇ ਫੌਜ ਦੇ ਕੇ, ਜਿਹੜੇ ਜਿੱਦਾਂ ਵਿੱਚ ਸਿੱਖ ਲੁਕੇ ਸਨ ਨਾ, ਝੱਲ ਕਹਿੰਦੇ ਨੇ ਝਾੜੀਆਂ ਨੂੰ, ਉਹ ਝੱਲ ਵੱਢਣ ਵਾਸਤੇ ਤੇ ਸਾੜਨ ਵਾਸਤੇ ਲਾ ਦਿੱਤਾ ਕਿ ਜੇ ਇਹਨਾਂ ਦੇ ਲੁਕਣ ਵਾਸਤੇ ਹੀ ਟਿਕਾਣਾ ਨਾ ਰਹੇਗਾ। ਕਿਉਂਕਿ ਸਿੱਖ ਆਣ ਕੇ ਲਾਗੇ ਦੀਨਾ ਨਗਰ ਦੇ ਕੋਲ ਬੈਠ ਗਏ ਸਨ।
ਜਦੋਂ ਇਹ ਝੱਲ ਸਾੜਨ ਤੇ ਵੱਢਣ ਵਾਸਤੇ ਇਹਨਾਂ ਫੌਜ ਨੂੰ ਲਾ ਦਿੱਤਾ ਤੇ ਇਹਨਾਂ ਵਿੱਚੋਂ ਝੱਲਾਂ ਦੇ ਵਿੱਚੋਂ ਕੁਝ ਸਿੱਖ ਨਿਕਲੇ, ਜਿਨ੍ਹਾਂ ਵਿੱਚੋਂ ਸਰਦਾਰ ਆਨੰਦ ਸਿੰਘ ਸੰਘਾਣਾ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਜੈ ਸਿੰਘ ਘਨਈਆ ਤੇ ਸਰਦਾਰ ਅੰਬਰ ਸਿੰਘ ਕਿੰਗਰਾ। ਇਹ ਜਦੋਂ ਇਹ ਝੱਲ ਛਾੜਨ ਲੱਗੇ ਨਾ, ਬਾਵੇ ਅੱਗ ਲਾ ਕੇ ਤੇ ਝੱਲਾਂ ਨੂੰ ਜਿਹੜਾ ਵਾ ਉਹਨਾਂ ਨੂੰ ਸਾੜ ਕੇ ਵੱਢ ਕੇ ਉਹਨਾਂ ਨੂੰ ਸਫਾਈ ਕਰਨ ਲੱਗ ਪਏ ਇਲਾਕੇ ਦੀ। ਤੇ ਉਸ ਸਮੇਂ ਫਿਰ ਇਹ ਸਿੱਖ ਜਿਹੜੇ ਸਨ, ਕੁਝ ਸਿੰਘਾਂ ਦੇ ਨਾਲ ਅੰਮ੍ਰਿਤਸਰ ਦੇ ਕੋਲ ਕਿਲਾ ਰਾਮਗੜ੍ਹ, ਇਹ ਰਾਮਗੜ੍ਹ ਕਿਲੇ ਵਿੱਚ ਆ ਵੜੇ। ਮੀਰ ਅਜੀਜ਼ ਨੇ ਫਿਰ ਆਣ ਕੇ ਰਾਮਗੜ੍ਹ ਕਿਲੇ ਨੂੰ ਘੇਰਾ ਪਾ ਲਿਆ। ਸਿੱਖ ਬੜੀ ਬਹਾਦਰੀ ਨਾਲ ਲੜੇ ਤੇ ਵੈਰੀ ਦੀ ਇੱਕ ਬਾਹੀ ਚੀਰ ਕੇ ਨਾ, ਭਾਵ ਚਾਰੇ ਪਾਸੇ ਘੇਰਾ ਪਿਆ ਕਿਲੇ ਨੂੰ। ਬੜੀ ਬਹਾਦਰੀ ਦੇ ਨਾਲ ਸਿੱਖ ਲੜ ਰਹੇ ਨੇ ਤੇ ਲੜਦਿਆਂ ਫਿਰ ਇੱਕ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਹੋਇਆਂ ਕਿ ਇੱਥੋਂ ਨਿਕਲਣਾ ਭਲਾ ਹੈ, ਫਿਰ ਇਹਨਾਂ ਨੇ ਇੱਕ ਬਾਹੀ ਜਿਹੜੀ ਸੀ ਉਹਨੂੰ ਚੀਰ ਕੇ ਤੇ ਮਾਲਵੇ ਨੂੰ ਨਿਕਲਣ ਲਈ ਕੀਤੀ। ਫਿਰ ਇਹ ਮਾਲਵੇ ਨੂੰ ਨਿਕਲੇ ਨੇ। ਜਦੋਂ ਸਿੰਘ ਦੁਆਬੇ ਤੇ ਮਾਲਵੇ ਵਿੱਚ ਜਾ ਰਹੇ ਨੇ ਤੇ ਇਹਨਾਂ ਨੇ ਜਾਂਦਿਆਂ ਜਿਹੜੇ ਚੌਧਰੀ ਸਨ, ਜਿਹੜੇ ਵੱਡੇ ਵੱਡੇ ਘਰਾਣਿਆਂ ਦੇ, ਜਿਹੜੇ ਸਿੱਖਾਂ ਦੇ ਨਾਲ ਖਾਰ ਖਾਂਦੇ ਸਨ, ਜਿਨ੍ਹਾਂ ਨੇ ਲੋਕਾਂ ਨੂੰ ਵੀ ਲੁੱਟਿਆ ਸੀ, ਉਹਨਾਂ ਦੇ ਘਰਾਂ ਨੂੰ ਫਿਰ ਇਹ ਲੁੱਟ ਕੇ, ਭਾਵ ਰਸਤੇ ਵਿੱਚ ਜਾਂਦੇ ਹੋਏ ਲੁੱਟ ਕਰਦੇ ਆਨੰਦਪੁਰ ਜਾ ਪਹੁੰਚੇ। ਹੁਣ ਉਹਨਾਂ ਦਾ ਡੇਰਾ ਜਿਹੜਾ ਸੀ ਪਿੰਡ ਸੰਘੋਲੇ ਵਿੱਚ ਸੀ। ਸਦੀਕ ਬੇਗ ਬੜੀ ਭਾਰੀ ਫੌਜ ਤੇ ਤੋਪਖਾਨਾ ਲੈ ਕੇ ਇਹਨਾਂ ਦੇ ਮਗਰ ਆ ਪਿਆ। ਇਸ ਹਮਲੇ ਦੇ ਵਿੱਚ ਸਿੰਘਾਂ ਦਾ ਨੁਕਸਾਨ ਤੇ ਬਹੁਤ ਹੋਇਆ। ਨੁਕਸਾਨ ਦੇ ਕਾਰਨ ਫਿਰ ਕੁਝ ਸਿੰਘ ਜਿਹੜੇ ਸਨ ਇਹ ਡੇਰਾ ਛੱਡ ਕੇ ਤੇ ਆਨੰਦਪੁਰ ਨੂੰ ਉੱਪਰ ਨੂੰ ਜਿਹੜਾ ਵਾ ਭੱਜ ਉੱਠੇ। ਸਦੀਕ ਬੇਗ ਤੋਪਖਾਨਾ ਪਿੱਛੇ ਛੱਡ ਕੇ, ਧਿਆਨ ਦੇਣਾ ਇਹ ਬੜੇ ਇਤਿਹਾਸ ਦੀਆਂ ਕੜੀਆਂ ਜੇ, ਕਿ ਜਦੋਂ ਸੰਘੋਲੇ ਪਿੰਡ ਦੇ ਉੱਤੇ ਹਮਲਾ ਕੀਤਾ ਨਾ ਸਦੀਕ ਬੇਗ ਨੇ, ਤੇ ਭਾਰੀ ਨੁਕਸਾਨ ਹੋਇਆ ਤੇ ਸਿੰਘਾਂ ਨੇ ਫੈਸਲਾ ਕੀਤਾ ਕਿ ਆਨੰਦਪੁਰ ਨੂੰ ਭੱਜ ਲਿਆ ਜਾਵੇ। ਇਹ ਆਨੰਦਪੁਰ ਸਾਹਿਬ ਨੂੰ ਤੁਰੇ ਨੇ। ਕਿਉਂ ਤੁਰੇ ਨੇ? ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਇੱਥੇ ਠਹਿਰੇ ਤੇ ਸਾਡੀ ਮੌਤ ਹੈ, ਜੇ ਅਸੀਂ ਅੱਗੇ ਜਾਵਾਂਗੇ ਤੇ ਕੁਝ ਨਾ ਕੁਝ ਇਹਨਾਂ ਦੇ ਨਾਲ ਲੜਨ ਵਾਸਤੇ ਸਾਨੂੰ ਕੁਝ ਨਾ ਕੁਝ ਹੌਸਲਾ ਮਿਲੇਗਾ। ਤੇ ਉਹੀ ਹੋਇਆ। ਜਦੋਂ ਸਦੀਕ ਬੇਗ ਨੂੰ ਪਤਾ ਚੱਲਿਆ ਕਿ ਸਿੱਖ ਭੱਜੇ ਨੇ, ਇਹ ਆਪਣਾ ਤੋਪਖਾਨਾ ਪਿੱਛੇ ਛੱਡ ਦਿੱਤਾ ਤੇ ਸਿੱਖਾਂ ਦੇ ਮਗਰ ਦੌੜ ਪਿਆ। ਉਸ ਸਮੇਂ ਇਹ ਤਾਂ ਹੈ ਨਹੀਂ ਸੀ ਕਿ ਸਰਕਾਰੀ ਮਸ਼ੀਨਾਂ ਸਨ ਤੇ ਤੋਪਖਾਨਾ ਦੌੜ, ਮਤਲਬ ਜਿਹੜਾ ਵਾ ਤੇਜ਼ ਮਗਰ ਲੈ ਕੇ ਗੱਡੀਆਂ ਆਪੇ ਚੱਲ ਪੈਣੀਆਂ, ਨਹੀਂ। ਤੋਪਾਂ ਨੂੰ ਜਿਹੜਾ ਸੀ ਉਹ ਰੇੜ ਕੇ ਅੱਗੇ ਲਿਜਾਇਆ ਜਾਂਦਾ ਸੀ। ਇਹਨੇ ਤੋਪਖਾਨਾ ਜਿਹੜਾ ਸੀ ਉਹ ਸਾਰਾ ਪਿੱਛੇ ਦਾ ਪਿੱਛੇ ਛੱਡ ਦਿੱਤਾ ਤੇ ਆਪ ਕੁਝ ਜਿਹੜੇ ਉਹ ਫੌਜਦਾਰ ਤੇ ਸਿਪਾਹੀ ਨਾਲ ਲੈ ਕੇ ਇਹਨਾਂ ਦੇ ਪਿੱਛੇ ਚੱਲ ਪਿਆ। ਜਦੋਂ ਇਹ ਪਿੱਛੇ ਤੁਰਿਆ ਨਾ ਤੇ 5-7 ਮੀਲ ਜਦੋਂ ਇਹ ਆਪਣੇ ਤੋਪਖਾਨੇ ਤੋਂ ਦੂਰ ਆਇਆ ਤੇ ਫਿਰ ਸਿੰਘਾਂ ਨੇ ਖੇਡੀ ਚਾਲ। ਇਹ ਰੋਪੜ ਦੇ ਕੋਲ ਹੈ, ਜਿੱਥੇ ਮਤਲਬ ਆਣ ਕੇ ਇਹਨਾਂ ਦੀ ਜਿਹੜੀ ਆ ਉਹ ਦੁਬਾਰਾ ਲੜਾਈ ਹੁੰਦੀ ਹੈ। ਸਿੰਘਾਂ ਨੇ ਫਿਰ ਇੱਕੇ ਵਾਰ ਸਾਰੇ ਸਿੰਘਾਂ ਨੇ ਮੁੜ ਕੇ ਵੈਰੀ ਉੱਤੇ ਹਮਲਾ ਕੀਤਾ ਤੇ ਸਿੰਘਾਂ ਦੇ ਦਿਲ ਵਿੱਚ ਜਿਹੜੀ ਪਿਛਲੀ ਹਾਰ ਸੀ ਨਾ, ਸੰਘੋਲੇ ਪਿੰਡ ਦੇ ਵਿੱਚ ਜਿਹੜੀ ਹਾਰ ਹੋਈ ਤੇ ਕਾਫੀ ਨੁਕਸਾਨ ਹੋਇਆ, ਉਹ ਹਾਰ ਜਿਹੜੀ ਸੀ, ਉਸ ਹਾਰ ਦੇ ਬਦਲੇ ਦੇ ਵਿੱਚ ਫਿਰ ਇੰਨੀ ਜ਼ੋਰ ਦੇ ਨਾਲ, ਇੰਨੀ ਦਲੇਰੀ ਦੇ ਨਾਲ ਹੱਲਾ ਬੋਲਿਆ ਕਿ ਉਸ ਸਮੇਂ ਫਿਰ ਜਿਹੜਾ ਵਾ ਉਹ ਸਦੀਕ ਬੇਗ ਦੇ ਪੈਰ ਉਖੜ ਗਏ। ਇਹ ਭੱਜ ਕੇ ਜਾਸਰੰਦ ਵੜਿਆ। ਫਿਰ ਸਿੰਘਾਂ ਨੇ ਉਹਦਾ ਜਿੱਥੇ ਉਹ ਬੈਠਾ ਸੀ ਉਹ ਸਾਰੇ ਦਾ ਸਾਰਾ ਡੇਰਾ ਲੁੱਟ ਲਿਆ। ਇੱਥੋਂ ਫਿਰ ਤਰਨਾ ਦਲ ਨੇ ਆਨੰਦਪੁਰ ਹੋਲਾ ਮਹੱਲਾ ਜਾ ਕੀਤਾ ਤੇ ਬਾਬਾ ਮਾਫ ਕਰਨਾ ਬੁੱਢਾ ਦਲ ਡਰੋਲੀ ਆ ਬੈਠਾ। ਥਾਂ ਅਦੀਨਾ ਬੇਗ ਦੇ ਅਫਸਰ ਸਿੱਖਾਂ ਨੂੰ ਤੰਗ ਕਰਨ ਲੱਗ ਪਏ, ਪਰ ਇਹ ਤੰਗੀ ਛੇਤੀ ਹੀ ਕੱਟੀ ਗਈ, ਕਿਉਂਕਿ ਬਟਾਲੇ ਵਿੱਚ ਬਿਮਾਰ ਹੋ ਕੇ ਅਦੀਨਾ ਬੇਗ 15 ਸਤੰਬਰ 1758 ਈਸਵੀ ਨੂੰ ਮਰ ਗਿਆ। ਉਹਦੀ ਲੋਥ ਨੂੰ ਫਿਰ ਖਾਨਪੁਰ ਜਲੰਧਰ ਦੇ ਲਾਗੇ ਦਫਨਾਇਆ ਗਿਆ। 30 ਅਕਤੂਬਰ 1758 ਈਸਵੀ ਨੂੰ, ਸਤੰਬਰ ਦੇ ਵਿੱਚ ਇਹ ਮਰਦਾ ਹੈ 15 ਸਤੰਬਰ ਨੂੰ, ਤੇ 30 ਅਕਤੂਬਰ ਨੂੰ ਹੀ
ਦੀਵਾਲੀ ਆਉਂਦੀ ਹੈ 1758 ਈਸਵੀ ਨੂੰ। ਸਾਰੇ ਸਿੰਘ ਫਿਰ ਅੰਮ੍ਰਿਤਸਰ ਇਕੱਠੇ ਹੋਏ। ਸਭ ਸਰਦਾਰਾਂ ਨੇ ਗੁਰਮਤਾ ਕੀਤਾ ਕਿ ਥਾਂ ਥਾਂ ਮੁਲਕ ਉੱਤੇ ਕਬਜ਼ਾ ਕੀਤਾ ਜਾਵੇ। ਅਦੀਨਾ ਬੇਗ ਦੇ ਮਰ ਜਾਣ ਕਰਕੇ ਦੁਬਾਬਾ ਜਲੰਧਰ ਖਾਲੀ ਪਿਆ ਸੀ। ਦਲ ਖਾਲਸਾ ਉਸ ਇਲਾਕੇ ਵਿੱਚ ਜਾ ਵੜਿਆ। ਅੱਗੋਂ ਅਦੀਨਾ ਬੇਗ ਦਾ ਪੁੱਤਰ ਹਸਨ ਬੇਗ ਤੇ ਦੀਵਾਨ ਬਿਸ਼ੰਬਰ ਦਾਸ, ਫਿਰ ਧਿਆਨ ਦੇਣਾ, ਅਦੀਨਾ ਬੇਗ ਦਾ ਪੁੱਤਰ ਹਸਨ ਬੇਗ ਤੇ ਦੀਵਾਨ ਬਿਸ਼ੰਬਰ ਦਾਸ ਇਹ ਫੌਜ ਲੈ ਕੇ ਟਾਕਰੇ ਵਾਸਤੇ ਆਏ। ਇਹ ਉੜਮੁੜ ਟਾਂਡਾ, ਇਹਦੇ ਕੋਲ ਬੜੀ ਭਾਰੀ ਲੜਾਈ ਹੋਈ। ਇੱਥੇ ਬਿਸ਼ੰਬਰ ਦਾਸ ਜਿਹੜਾ ਸੀ ਇਹ ਮਾਰਿਆ ਗਿਆ, ਇਹਨੂੰ ਗੋਲੀਆਂ ਮਾਰੀਆਂ ਤੇ ਇਹ ਮਰ ਗਿਆ। ਤੇ ਇਹਦਾ ਸਿਰ ਵੱਢ ਕੇ ਇਹਨਾਂ ਸਰਦਾਰਾਂ ਵਿੱਚੋਂ ਸਰਦਾਰ ਕਰੋੜਾ ਸਿੰਘ ਨੇ ਨਵਾਬ ਕਪੂਰ ਸਿੰਘ ਦੇ ਅੱਗੇ ਜਾ ਧਰਿਆ। ਬਿਸ਼ੰਬਰ ਦਾਸ ਦੀ ਫੌਜ ਮੈਦਾਨ ਵਿੱਚੋਂ ਹਾਰ ਕੇ ਨੱਸ ਗਈ ਤੇ ਸਿੰਘਾਂ ਨੇ ਸਾਰੇ ਦੁਆਬੇ ਉੱਤੇ ਕਬਜ਼ਾ ਕਰ ਲਿਆ। ਸਾਰਾ ਇਲਾਕਾ ਹੁਣ ਸਰਦਾਰਾਂ ਦਾ ਹੋ ਗਿਆ ਤੇ ਇਹਨਾਂ ਨੇ ਆਪਸ ਵਿੱਚ ਜਿਹੜਾ ਇਹ ਸਾਰੇ ਦਾ ਸਾਰਾ ਇਲਾਕਾ ਦੁਆਬੇ ਵਾਲਾ ਜਿਹੜਾ ਸੀ ਇਹਨੂੰ ਵੰਡ ਲਿਆ। ਸਿੰਘਾਂ ਦੇ ਇੱਕ ਜਥੇ ਨੇ ਰਿਆੜਕੀ ਤੇ ਮਾਝੇ ਉੱਤੇ ਕਬਜ਼ਾ ਕਰ ਲਿਆ। ਲਾਹੌਰ ਦਾ ਹਾਕਮ ਖਵਾਜਾ ਮਿਰਜ਼ਾ ਸ਼ਹਿਰ ਵਿੱਚ ਸੀ ਤੇ ਉਦਾਲਾ ਸਾਰਾ ਸਿੰਘਾਂ ਨੇ ਲੁੱਟ ਲਿਆ। ਜਿਹੜੇ ਇਲਾਕੇ ਜਾਂ ਪਿੰਡ ਸਿੰਘਾਂ ਦੀ ਗਿਣ ਮੰਨ ਲੈਂਦੇ ਸਨ, ਉਹਨਾਂ ਨਾਲ ਸਿੰਘ ਸਰਦਾਰ ਬੜਾ ਚੰਗਾ ਵਰਤਾਵ ਕਰਦੇ ਤੇ ਜਿਹੜੇ ਅੱਗੋਂ ਆਕੜਦੇ ਉਹਨਾਂ ਨੂੰ ਸੋਧਦੇ ਵੀ ਬੜੀ ਚੰਗੀ ਤਰ੍ਹਾਂ ਸਨ। ਹਿੰਦੁਸਤਾਨ ਵਿੱਚ ਉਸ ਵੇਲੇ ਮਰਾਠਿਆਂ ਦੀ ਗੁੰਡੀ ਸਿਖਰ ਤੇ ਸੀ, ਭਾਵ ਮਰਾਠੇ ਜਿਹੜੇ ਉਹਨਾਂ ਨੇ ਆਪਣੇ ਪੈਰ ਜਮਾਏ ਹੋਏ ਸਨ। ਉਹਨਾਂ ਦਾ ਥਾਪਿਆ ਲਾਹੌਰ ਦਾ ਹਾਕਮ ਅਦੀਨਾ ਬੇਗ ਮਰ ਗਿਆ ਸੀ ਤਾਂ ਉਹ ਨਵੇਂ ਸਿਰਿਓਂ ਪੰਜਾਬ ਤੇ ਕਬਜ਼ਾ ਕਰਨ ਵਾਸਤੇ ਵਧੇ। ਪੇਸ਼ਵਾ ਦਾ ਭੇਜਿਆ ਹੋਇਆ ਦੱਤਾ ਜੀ ਸਿੰਧੀਆ ਮਾਛੀਵਾੜੇ ਆ ਗਿਆ। ਧਿਆਨ ਨਾਲ, ਪੇਸ਼ਵਾ ਦਾ ਭੇਜਿਆ ਹੋਇਆ ਦੱਤਾ ਜੀ ਸਿੰਧੀਆ ਇਹ ਮਾਛੀਵਾੜੇ ਆ ਗਿਆ ਤੇ ਉਸ ਦੇ ਹੁਕਮ ਨਾਲ ਸੰਭਾ ਜੀ ਸਿੰਧੀਆ ਇਹ ਲਾਹੌਰ ਉੱਤੇ ਕਬਜ਼ਾ ਕਰ ਲਿਆ। ਮਰਹੱਟਾ ਫੌਜਾਂ ਸਣੇ ਮੁਲਤਾਨ ਸਾਰੇ ਪੰਜਾਬ ਵਿੱਚ ਖਿਲਰ ਗਈਆਂ। ਉਹਨਾਂ ਮਿਰਜ਼ਾ ਅਹਿਮਦ ਖਾਨ ਨੂੰ ਲਾਹੌਰ ਦਾ ਸੂਬੇਦਾਰ ਬਣਾਇਆ ਤੇ ਸਾਲੇਹ ਖਾਨ ਨੂੰ ਮੁਲਤਾਨ ਦਾ। ਪੰਜਾਬ ਦਾ ਇਹ ਪ੍ਰਬੰਧ ਕਰਕੇ ਤੇ ਸੰਭਾ ਜੀ ਨੂੰ ਇੱਥੇ ਛੱਡ ਕੇ ਦੱਤਾ ਜੀ ਆਪ ਦਿੱਲੀ ਨੂੰ ਮੁੜ ਗਿਆ। ਧਿਆਨ ਦੇਣਾ ਫਿਰ, ਕਿਉਂਕਿ ਸਾਡਾ ਇਤਿਹਾਸ ਜਿਹੜਾ ਨਾ ਇਹ ਬੜਾ ਵੱਡਾ ਇਤਿਹਾਸ ਆ। ਇਹਦੇ ਨਾਲ ਕਈ ਜਿਹੜੇ ਨੇ ਉਹ ਜੁੜੇ ਹੋਏ ਨੇ ਅਹਿਲਕਾਰ, ਜਿਨ੍ਹਾਂ ਵਿੱਚੋਂ ਕਈ ਨਾਂ ਸਾਨੂੰ ਭੁੱਲ ਜਾਂਦੇ ਨੇ। ਮੈਂ ਦੁਬਾਰਾ ਉਹਨਾਂ ਦਾ ਨਾਂ ਲਵਾਂਗਾ ਕਿ ਜਦੋਂ ਪੰਜਾਬ ਦੇ ਉੱਤੇ ਅਦੀਨਾ ਬੇਗ ਇਹ ਮਰ ਗਿਆ, ਲਾਹੌਰ ਦਾ ਹਾਕਮ, ਤੇ ਪੰਜਾਬ ਉੱਤੇ ਦੁਬਾਰਾ ਕਬਜ਼ਾ ਕਰਨ ਵਾਸਤੇ ਜਿਹੜਾ ਵਾ ਉਹ ਮਰਾਠੇ ਸੋਚਣ ਲੱਗੇ ਤੇ ਪੇਸ਼ਵਾ ਦਾ ਭੇਜਿਆ ਹੋਇਆ ਦੱਤਾ ਜੀ ਸਿੰਧੀਆ ਇਹ ਸਭ ਤੋਂ ਪਹਿਲਾਂ ਮਾਛੀਵਾੜੇ ਆਇਆ। ਇਹਦੇ ਹੁਕਮ ਨਾਲ ਸੰਭਾ ਜੀ ਸਿੰਧੀਆ ਲਾਹੌਰ ਉੱਤੇ ਕਬਜ਼ਾ ਕੀਤਾ ਇਹਨੇ ਤੇ ਫਿਰ ਹੌਲੀ ਹੌਲੀ ਇਹਨਾਂ ਨੇ ਸਾਰੀ ਆਪਣੀ ਫੌਜ ਜਿਹੜੀ ਉਹ ਪੰਜਾਬ ਵਿੱਚ ਖਿਲਾਰ ਦਿੱਤੀ। ਇਸ ਤੋਂ ਬਾਅਦ ਇਹਨਾਂ ਨੇ ਮਿਰਜ਼ਾ ਅਹਿਮਦ ਖਾਨ ਨੂੰ ਲਾਹੌਰ ਦਾ ਸੂਬੇਦਾਰ ਬਣਾਇਆ ਤੇ ਸਾਲੇਹ ਖਾਨ ਨੂੰ ਮੁਲਤਾਨ ਦਾ। ਪੰਜਾਬ ਦਾ ਪ੍ਰਬੰਧ ਸੰਭਾ ਜੀ ਕਰਕੇ ਤੇ ਇਹ ਫਿਰ ਮਾਫ ਕਰਨਾ, ਪੰਜਾਬ ਦਾ ਪ੍ਰਬੰਧ ਜਿਹੜਾ ਸਾਰਾ ਸੀ ਉਹ ਸੰਭਾ ਜੀ ਨੂੰ ਦੇ ਦਿੱਤਾ ਤੇ ਇੱਥੇ ਇਹਨੂੰ ਛੱਡ ਦਿੱਤਾ। ਤੇ ਦੱਤਾ ਜੀ ਜਿਹੜੇ ਆਏ ਸਨ ਮਾਛੀਵਾੜੇ, ਉਹ ਦੱਤਾ ਜੀ ਸਿੰਧੀਆ ਜਿਹੜਾ ਸੀ ਉਹ ਆਪ ਫਿਰ ਦਿੱਲੀ ਮੁੜ ਗਿਆ, ਕਿਉਂਕਿ ਉਸ ਸਮੇਂ ਜਿਹੜਾ ਕਬਜ਼ਾ ਸੀ ਦਿੱਲੀ ਉੱਤੇ ਉਹ ਮਰਹੱਟਿਆਂ ਦਾ ਸੀ। ਦਿੱਲੀ ਵਿੱਚ ਦੋ ਧੜੇ ਸਨ, ਇੱਕ ਤਾਂ ਮੋਢੀ ਵਜ਼ੀਰ ਗਾਜ਼ੀਉਦੀਨ ਇਮਾਦੁਲ ਮੁਲਕ ਸੀ ਤੇ ਦੂਜੇ ਦਾ ਆਗੂ ਜਿਹੜਾ ਸੀ ਨਜੀਬੂ ਦੌਲਾ ਰੋਹਿਲਾ ਸੈਨਾਪਤੀ। ਮਗਰਲੇ ਨੂੰ ਜਿਹੜਾ ਪਿਛਲਾ ਸੀ ਅਹਿਮਦ ਸ਼ਾਹ ਅਬਦਾਲੀ ਦੀ ਮਦਦ ਹਾਸਲ ਸੀ। ਸੋ ਵਜ਼ੀਰ ਨੇ ਮਰਾਠਿਆਂ ਨੂੰ ਮਦਦ ਵਾਸਤੇ ਬੁਲਾ ਲਿਆ, ਕਿਉਂਕਿ ਉਹ ਨਹੀਂ ਸੀ ਚਾਹੁੰਦਾ ਵਿੱਚ ਰਗੜਨਾ, ਇਸ ਕਰਕੇ ਉਹਨੇ ਸਾਰੇ ਮਰਾਠਿਆਂ ਨੂੰ ਇੱਥੇ ਬੁਲਾ ਲਿਆ। ਮਰਾਠੇ ਦਿੱਲੀ ਵਿੱਚ ਆ ਗਏ ਤਾਂ ਨਜੀਬੂ ਦੌਲਾ ਨੱਸ ਕੇ ਸ਼ੁਕਰਤਾਲ ਵਿੱਚ ਘੇਰ ਲਿਆ। ਮਾਫ ਕਰਨਾ, ਇਹ ਨੱਸ ਕੇ ਸ਼ੁਕਰਤਾਲ ਜਾ ਵੜਿਆ ਤੇ ਮਰਾਠਾ ਫੌਜ ਨੇ ਇਹਨੂੰ ਇੱਥੇ ਸ਼ੁਕਰਤਾਲ ਵਿੱਚ ਘੇਰ ਲਿਆ। ਉੱਥੋਂ ਨਜੀਬੂ ਦੌਲਾ ਜਿਹੜਾ ਹੈ
ਅਬਦਾਲੀ ਨੂੰ ਮਦਦ ਵਾਸਤੇ ਚਿੱਠੀ ਲਿਖਦਾ। ਜਦੋਂ ਇੱਥੇ ਉਹਨੂੰ ਘੇਰ ਲਿਆ ਗਿਆ ਨਾ, ਫਿਰ ਇਹ ਚਿੱਠੀ ਲਿਖਦਾ ਹੈ। ਦਿੱਲੀ ਤੋਂ ਬਾਦਸ਼ਾਹ ਆਲਮਗੀਰ ਸ਼ਾਨੀ ਦੂਜਾ ਨੇ ਵੀ ਅਬਦਾਲੀ ਨੂੰ ਲਿਖਿਆ ਕਿ ਜੇ ਸਮੇਂ ਸਿਰ ਆਪ ਨੇ ਸਹਾਇਤਾ ਨਾ ਕੀਤੀ ਤਾਂ ਮੈਨੂੰ ਵਜ਼ੀਰ ਕਤਲ ਕਰ ਦੇਣਗੇ। ਸ਼ਹਿਜ਼ਾਦਾ ਤੈਮੂਰ ਨੂੰ ਮਰਹਟਿਆਂ ਨੇ ਪੰਜਾਬ ਵਿੱਚੋਂ ਕੱਢ ਦਿੱਤਾ ਸੀ। ਇਸ ਗੱਲ ਦਾ ਅਬਦਾਲੀ ਨੂੰ ਬੜਾ ਗੁੱਸਾ ਸੀ। ਉਹਨੇ ਆਪਣੇ ਜਰਨੈਲ ਜਹਾਨ ਖਾਨ ਨੂੰ ਫੌਜ ਦੇ ਕੇ ਭੇਜਿਆ ਸੀ, ਪਰ ਉਹ ਮਰਹਟਿਆਂ ਤੇ ਸਿੱਖਾਂ ਤੋਂ ਹਾਰ ਕੇ ਮੁੜ ਗਿਆ ਸੀ। ਸੋ ਗੁੱਸਾ ਖਾ ਕੇ ਅਹਿਮਦ ਸ਼ਾਹ ਅਬਦਾਲੀ, ਕਿਉਂਕਿ ਇਹਨੂੰ ਬੜਾ ਗੁੱਸਾ ਸੀ, ਇਹ ਗੁੱਸੇ ਵਿੱਚ ਆ ਕੇ ਅਹਿਮਦ ਸ਼ਾਹ ਅਬਦਾਲੀ ਆਪ 60,000 ਫੌਜ ਲੈ ਕੇ ਚੜਿਆ। ਮਰਾਠੇ ਜਰਨੈਲ ਉਸਦੇ ਪਹੁੰਚਣ ਤੋਂ ਪਹਿਲਾਂ ਪੰਜਾਬ ਛੱਡ ਕੇ ਦਿੱਲੀ ਨੂੰ ਚਲੇ ਗਏ। ਡਰਦੇ ਸਨ। ਖਾਲੀ ਲਾਹੌਰ ਉੱਤੇ ਅਬਦਾਲੀ ਨੇ ਅਕਤੂਬਰ 1759 ਈਸਵੀ ਵਿੱਚ ਕਬਜ਼ਾ ਕੀਤਾ। ਲਾਹੌਰ ਦਾ ਸੂਬੇਦਾਰ ਉਸਨੇ ਆਪਣੇ ਵਜ਼ੀਰ ਸ਼ਾਹ ਵਲੀ ਖਾਨ ਦੇ ਭਤੀਜੇ ਕਰੀਮਦਾਦ ਖਾਨ ਨੂੰ ਜਿਹੜਾ ਵਾ ਉਹ ਬਣਾਇਆ। ਫਿਰ ਧਿਆਨ ਦੇਣਾ, ਲਾਹੌਰ ਦਾ ਸੂਬੇਦਾਰ ਵਜ਼ੀਰ ਸ਼ਾਹ ਵਲੀ ਖਾਨ ਦੇ ਭਤੀਜੇ ਕਰੀਮਦਾਦ ਖਾਨ ਨੂੰ ਬਣਾਇਆ। ਜਲੰਧਰ ਦੀ ਫੌਜਦਾਰੀ ਰਾਜਾ ਘੁਮੰਡ ਚੰਦ ਕਾਂਗੜੇ ਵਾਲੇ ਦੇ ਹਵਾਲੇ ਕੀਤੀ। ਪੰਜਾਬ ਦਾ ਇਹ ਪ੍ਰਬੰਧ ਕਰਕੇ ਅਬਦਾਲੀ ਦਿੱਲੀ ਵੱਲ ਤੁਰਿਆ ਤੇ 27 ਨਵੰਬਰ ਨੂੰ ਸਰਹਿੰਦ ਜਾ ਪੁੱਜਾ। ਇਸੇ ਵੇਲੇ ਦਿੱਲੀ ਦੇ ਵਜ਼ੀਰ ਗਾਜ਼ੀਉਦੀਨ ਨੇ ਬਾਦਸ਼ਾਹ ਆਲਮਗੀਰ ਤੇ ਇਤਜਾਮੁद्दौला ਦੋਹਾਂ ਨੂੰ ਕਤਲ ਕਰ ਦਿੱਤਾ। ਜਿਹੜਾ ਗਾਜ਼ੀਉਦੀਨ ਨੇ ਜਿਹੜਾ ਬਾਦਸ਼ਾਹ ਆਲਮਗੀਰ ਉਹਨੂੰ 29 ਨਵੰਬਰ ਨੂੰ ਤੇ ਇਤਜਾਮੁद्दौला ਜਿਹੜਾ ਸੀ ਇਹਨੂੰ 30 ਨਵੰਬਰ ਨੂੰ, ਇਹਨਾਂ ਦੋਵਾਂ ਨੂੰ ਜਿਹੜਾ ਉਹ ਕਤਲ ਕਰ ਦਿੱਤਾ। ਤਖਤ ਉੱਤੇ ਸ਼ਾਹੀ ਘਰਾਣੇ ਦੇ ਇੱਕ ਸ਼ਹਿਜ਼ਾਦੇ ਨੂੰ ਬਿਠਾ ਦਿੱਤਾ। ਨਜੀਬੁद्दौला ਦਾ ਪਿੱਛਾ ਛੱਡ ਕੇ ਦੱਤਾ ਜੀ ਅਬਦਾਲੀ ਵੱਲ ਵਧਿਆ। 24 ਦਸੰਬਰ ਨੂੰ ਅਬਦਾਲੀ ਤਰਵਾੜੀ ਜਾ ਪੁੱਜਾ। ਇੱਥੇ ਮਰਹਟਿਆਂ ਨਾਲ ਉਸਦੀ ਪਹਿਲੀ ਮੁੱਠਭੇੜ ਹੋਈ। ਲਗਭਗ 400 ਮਰਹਟੇ ਮਾਰੇ ਗਏ ਤੇ ਬਾਕੀ ਹਾਰ ਕੇ ਪਿੱਛੇ ਹਟ ਗਏ। ਅਬਦਾਲੀ ਜਮਨਾ ਤੋਂ ਪਾਰ ਹੋਇਆ ਤਾਂ ਸਹਾਰਨਪੁਰ ਉਸਨੂੰ ਨਜੀਬੁद्दौला ਵੀ ਆ ਮਿਲਿਆ। ਫਿਰ ਸਹਿਜ ਹਾਫਿਜ਼ ਰਹਿਮਤ ਖਾਂ, ਦੁੱਦੇ ਖਾਂ, ਸੈਦੁੱਲਾ ਖਾਂ ਆਦਿ ਸਰਦਾਰ ਅਬਦਾਲੀ ਨਾਲ ਆ ਮਿਲੇ। 9 ਜਨਵਰੀ 1760 ਈਸਵੀ ਦੇ ਨੇੜੇ ਜਮਨਾ ਤੇ ਬਰਾਰੀ ਘਾਟ ਦੇ ਦੁਰਾਨੀਆਂ ਤੇ ਮਰਾਠਿਆਂ ਵਿੱਚ ਫਿਰ ਲੜਾਈ ਹੋਈ, ਜਿਸ ਵਿੱਚ ਦੱਤਾ ਜੀ ਮਾਰਿਆ ਗਿਆ ਤੇ ਉਸ ਦਾ ਭਤੀਜਾ ਜਨਕੋਜੀ ਜ਼ਖਮੀ ਹੋਇਆ। 14 ਮਾਰਚ 1760 ਈਸਵੀ ਨੂੰ ਸਿਕੰਦਰਾਬਾਦ ਕੋਲ ਮਲਹਾਰ ਰਾਓ ਦੁਰਾਨੀਆਂ ਨਾਲ ਲੜ ਕੇ ਹਾਰ ਗਿਆ। ਇੱਥੋਂ ਅਬਦਾਲੀ ਅਲੀਗੜ੍ਹ ਜਾ ਬੈਠਾ ਤੇ ਲੱਗਾ ਮੁਸਲਿਮ ਹਾਕਮਾਂ ਨੂੰ ਆਪਣੇ ਨਾਲ ਮਿਲਾ ਕੇ ਆਪਣੀ ਤਾਕਤ ਵਧਾਉਣ। ਉਸਨੇ ਲਖਨਊ ਦਾ ਹਾਕਮ ਸ਼ਵਾਜੁद्दौला 40,000 ਫੌਜ ਸਣੇ ਆ ਮਿਲਿਆ। ਜਦੋਂ ਇਹ ਇੱਥੇ ਪਹੁੰਚਾ ਨਾ, ਇੱਥੇ ਫਿਰ ਲਖਨਊ ਦਾ ਜਿਹੜਾ ਹਾਕਮ ਸੀ ਸ਼ਵਾਜੁद्दौला 40,000 ਫੌਜ ਲੈ ਕੇ ਇੱਥੇ ਇਹਨੂੰ ਮਿਲਿਆ। ਉਧਰ ਪੇਸ਼ਵਾ ਦਾ ਭਰਾ ਸਦਾ ਸ਼ਿਵ ਭਾਊ ਬੜੀ ਭਾਰੀ ਮਰਹਟਾ ਫੌਜ ਲੈ ਕੇ ਆ ਗਿਆ। 22 ਜੁਲਾਈ ਨੂੰ ਉਸਨੇ ਸ਼ਹਿਰ ਦਿੱਲੀ ਉੱਤੇ ਕਬਜ਼ਾ ਕਰ ਲਿਆ ਤੇ 2 ਅਗਸਤ ਨੂੰ ਦਿੱਲੀ ਦਾ ਕਿਲਾ ਮੱਲ ਲਿਆ। 17 ਅਕਤੂਬਰ ਨੂੰ ਭਾਊ ਨੇ ਕੁੰਜਪੁਰਾ ਮੱਲ ਲਿਆ ਤੇ ਅਬਦ ਸਮੰਦ ਖਾਂ ਤੇ ਨਿਆਜ਼ਤ ਖਾਂ ਕਤਲ ਕਰ ਦਿੱਤੇ। ਯੂਪੀ ਤੇ ਪੰਜਾਬ ਦੇ ਸਾਰੇ ਮੁਸਲਮਾਨ ਜਿਹੜੇ ਨੇ ਫੌਜਦਾਰ, ਯੂਪੀ ਤੇ ਪੰਜਾਬ ਦੇ ਸਾਰੇ ਮੁਸਲਮਾਨ ਫੌਜਦਾਰਾਂ ਨੂੰ ਨਾਲ ਲੈ ਕੇ ਅਬਦਾਲੀ 23 ਅਕਤੂਬਰ ਨੂੰ ਜਮਨਾ ਟੱਪ ਕੇ 24 ਨੂੰ ਪਾਣੀਪਤ ਆ ਬੈਠਾ।
ਮਰਹੱਟਾ ਜਰਨੈਲ ਭਾਊ ਵੀ ਪਾਣੀਪਤ ਦੀ ਦੂਸਰੀ ਬਾਹੀ ਆ ਬੈਠਾ। ਦੋਹਾਂ ਦਲਾਂ ਦੀ ਗਿਣਤੀ ਬਰਾਬਰ, ਲਗਭਗ 7 ਲੱਖ ਦੇ। ਇਹ ਦੋਵਾਂ ਦਲਾਂ ਦੀ ਜਿਹੜੀ ਗਿਣਤੀ ਹੈ ਬਰਾਬਰ ਦੀ ਸੀ, ਲਗਭਗ 7 ਲੱਖ ਦੇ। 3 ਮਹੀਨੇ ਦੋਵੇਂ ਫੌਜਾਂ ਆਮੋ ਸਾਹਮਣੇ ਬੈਠੀਆਂ ਰਹੀਆਂ। ਆਏ ਦਿਨ ਛੋਟੀਆਂ ਛੋਟੀਆਂ ਝੜਪਾਂ ਹੁੰਦੀਆਂ ਰਹੀਆਂ। ਅੰਤ 14 ਜਨਵਰੀ 1761 ਈਸਵੀ ਨੂੰ ਪਾਣੀਪਤ ਦੀ ਪ੍ਰਸਿੱਧ ਤੀਜੀ ਲੜਾਈ ਹੋਈ, ਜਿਸ ਵਿੱਚ ਮਰਹੱਟੇ ਹਾਰ ਗਏ। ਮਰਹੱਟਿਆਂ ਦਾ ਸੈਨਾਪਤੀ ਸਦਾਸ਼ਿਵ ਭਾਊ, ਜਨਕੋ ਰਾਊ, ਅੰਤਾ ਜੀ, ਮਾਨਕੇਸ਼ਵਰ ਆਦਿ ਕਈ ਨਾਮਵਰ ਜਰਨੈਲ ਜਿਹੜੇ ਉਹ ਮਾਰੇ ਗਏ। ਪੇਸ਼ਵਾ ਦਾ ਪੁੱਤਰ ਵਿਸ਼ਵਾਸ ਰਾਓ ਵੀ ਜ਼ਖਮੀ ਹੋਇਆ। 60-70 ਹਜ਼ਾਰ ਮਰਹੱਟੇ ਕਤਲ ਹੋ ਗਏ। ਕਈਆਂ ਨੇ ਮਰਨ ਵਾਲਿਆਂ ਦੀ ਗਿਣਤੀ 1 ਲੱਖ ਤੱਕ ਲਿਖੀ ਹੈ। ਇਸੇ ਕੰਮ ਵਿੱਚ ਮਰਹੱਟਾ ਪੇਸ਼ਵਾ 6 ਮਹੀਨੇ ਬਿਮਾਰ ਰਹਿ ਗਿਆ ਤੇ ਇਸ ਬਿਮਾਰੀ ਦੇ ਕਾਰਨ ਇਹਦੀ ਮੌਤ ਹੋ ਗਈ। ਮਰਹੱਟਿਆਂ ਉੱਤੇ ਅਜਿਹੀ ਸੱਟ ਵੱਜੀ ਜਿਸ ਵਿੱਚੋਂ ਫਿਰ ਉਹਨਾਂ ਦੀ ਦੁਬਾਰਾ ਤਾਕਤ ਨਾ ਆ ਸਕੀ। ਇਸੇ ਲੜਾਈ ਵਿੱਚ 22,000 ਮਰਹੱਟਾ ਇਸਤਰੀਆਂ, ਬੱਚੇ ਤੇ ਮਰਦ ਦਰਾਨੀਆਂ ਕੈਦ ਕਰ ਲਏ। ਕਰੋੜਾਂ ਰੁਪਏ ਦਾ ਮਾਲ ਅਬਦਾਲੀ ਨੇ ਕਾਬੂ ਕੀਤਾ। ਇਹ ਬੜੀ ਵੱਡੀ ਲੜਾਈ ਸੀ, ਜਿਸ ਲੜਾਈ ਦੇ ਵਿੱਚ ਇਹ ਪਾਣੀਪਤ ਦੀ ਲੜਾਈ, ਜਿਸ ਵਿੱਚ ਮਰਹੱਟਿਆਂ ਦਾ ਜਿਹੜਾ ਸੀ ਉਹ ਲੱਕ ਟੁੱਟ ਗਿਆ। ਦੁਬਾਰਾ ਮਰਹੱਟੇ ਜਿਹੜੇ ਨੇ ਫਿਰ ਉਹ ਉੱਠਣ ਜੋਗੇ ਨਹੀਂ ਰਹੇ। ਉਹਨਾਂ ਦੇ ਕੋਲ ਦੁਬਾਰਾ ਇੰਨੀ ਤਾਕਤ ਨਹੀਂ, ਇੰਨਾ ਜ਼ਿਆਦਾ ਜਿਹੜਾ ਸੀ ਉਹ ਮਰਹੱਟਿਆਂ ਦਾ ਲੱਕ ਤੋੜਿਆ ਇਸ ਲੜਾਈ ਦੇ ਵਿੱਚ ਕਿ ਬੱਚਿਆਂ ਤੱਕ, ਉਹਨਾਂ ਦੀਆਂ ਇਸਤਰੀਆਂ ਤੱਕ ਜਿਹੜੀਆਂ ਉਹ ਚੁੱਕ ਲਈਆਂ ਗਈਆਂ, ਕੈਦ ਕਰ ਲਈਆਂ ਗਈਆਂ। ਇੰਨੀ ਭਾਰੀ ਲੜਾਈ ਦੇ ਵਿੱਚ ਇਹਨਾਂ ਦਾ ਜਿਹੜਾ ਸੀ ਉਹ ਲੱਕ ਟੁੱਟ ਚੁੱਕਾ ਸੀ। ਸੋ ਇਹ ਅੱਜ ਦਾ ਅਸੀਂ ਇੰਨਾ ਇਤਿਹਾਸ ਸਰਵਣ ਕੀਤਾ ਹੈ। ਕੱਲ ਨੂੰ ਅਸੀਂ ਜਿਹੜਾ ਅਗਲੇਰਾ ਇਤਿਹਾਸ ਅਬਦਾਲੀ ਦਿੱਲੀ ਵਿੱਚ ਜਿਹੜਾ ਜਦੋਂ ਇਹ ਪਹੁੰਚ ਜਾਂਦਾ ਹੈ ਤੇ ਕਿਸ ਤਰ੍ਹਾਂ ਇਹ ਦਿੱਲੀ ਵਿੱਚ ਫਿਰ ਜਾ ਕੇ ਹਕੂਮਤ ਕਰਦਾ ਹੈ, ਇਹ ਕਿਸ ਤਰ੍ਹਾਂ ਦਿੱਲੀ ਨੂੰ ਲੁੱਟਦਾ ਹੈ, ਇਹ ਅਗਲੇਰਾ ਇਤਿਹਾਸ ਕੱਲ ਦੇ ਕਲਾਸ ਵਿੱਚ ਅਸੀਂ ਸ਼ੁਰੂ ਕਰਾਂਗੇ। ਅੱਜ ਥੋੜੀ ਜਿਹੀ, ਕਿਉਂਕਿ ਕਾਫੀ ਦਿਨਾਂ ਬਾਅਦ ਦਾਸ ਨੇ ਕਲਾਸ ਸ਼ੁਰੂ ਕੀਤੀ ਹੈ। ਦੋਨੋਂ ਭਾਈ ਲਖਬੀਰ ਸਿੰਘ, ਭਾਈ ਪਰਮਜੀਤ ਸਿੰਘ ਜੀ ਉਹ ਬਾਹਰ ਕਿਤੇ ਪ੍ਰੋਗਰਾਮਾਂ ਤੇ ਗਏ ਹੋਏ ਨੇ, ਸੋ ਜਿਸ ਕਰਕੇ ਦਾਸ ਨੂੰ ਇਹ ਕੁਝ ਦਿਨ ਜਿਹੜੀ ਕਲਾਸ ਹੋਏਗੀ। ਅੱਜ ਪਹਿਲਾ ਦਿਨ ਸੀ, ਜਿਸ ਕਰਕੇ ਕੁਝ ਕਾਰਨਾਂ ਕਰਕੇ ਕਲਾਸ ਥੋੜੀ ਲੇਟ ਹੋਈ। ਦਾਸ ਦਾ ਇਜਾਜ਼ਤ ਹੈ, ਕੱਲ ਨੂੰ ਇਸੇ ਤਰ੍ਹਾਂ ਹੀ ਅਸੀਂ ਕਲਾਸ ਜਿਹੜੀ ਉਸ ਸਮੇਂ ਸਿਰ ਸ਼ੁਰੂ ਕਰਾਂਗੇ। ਸੋ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਜੁੜ ਕੇ ਕਲਾਸ ਵਿੱਚ ਇਹ ਅੱਜ ਦਾ ਇਤਿਹਾਸ ਸਰਵਣ ਕੀਤਾ ਹੈ। ਸ਼ਾਮਾਂ ਨੂੰ ਇਸੇ ਤਰ੍ਹਾਂ 4:45 ਤੋਂ 5:30 ਵਜੇ ਤੱਕ ਗੁਰਬਾਣੀ ਸਿੱਖਿਆ ਕਲਾਸ ਹੋਵੇਗੀ। ਕਰਨੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।